ਸਨਮਾਨਯੋਗ ਗੁਰੂ ਨਿਵਾਜੀ ਸਾਧ ਸੰਗਤ ਜੀਓ, ਆਪ ਜੀ ਨੇ ਬੜੇ ਪਿਆਰ ਨਾਲ ਬੈਠ ਕੇ ਗੁਰਬਾਣੀ ਕੀਰਤਨ ਸ਼ਰਵਨ ਕੀਤਾ ਹੈ। ਆਓ ਹੁਣ ਆਪਣੀਆਂ ਸੁਰਤ ਬਿਰਤੀਆਂ ਅੱਜ ਦੀ ਗੁਰਬਾਣੀ ਵਿਚਾਰ ਨਾਲ ਜੋੜਨ ਲਈ ਮਨ ਹੀ ਮਨ ਗੁਰੂ ਚਰਨਾਂ ਵਿੱਚ ਅਰਦਾਸ ਕਰੀਏ। ਸਾਡਾ ਮਨ ਗੁਰਬਾਣੀ ਦੀ ਵਿਚਾਰ ਨਾਲ ਜੁੜ ਸਕੇ ਤੇ ਅਸੀਂ ਉਸ ਵਿਚਾਰ ਨੂੰ ਆਪਣੇ ਜੀਵਨ ਵਿੱਚ ਅਪਣਾ ਸਕੀਏ। ਇੱਕ ਜਗਿਆਸੂ ਨੇ ਆਪਣੇ ਮਹਾਂਪੁਰਸ਼ਾਂ ਨੂੰ ਪੁੱਛਿਆ ਕਿ ਤੁਸੀਂ ਸਾਰੇ ਮਹਾਂਪੁਰਸ਼, ਸਾਰੇ ਧਾਰਮਿਕ ਗ੍ਰੰਥ ਇਹ ਗੱਲ ਕਹਿੰਦੇ ਨੇ ਕਿ ਪਰਮਾਤਮਾ ਦਾ ਕੋਈ ਰੂਪ ਨਹੀਂ, ਪਰਮਾਤਮਾ ਦਾ ਕੋਈ ਰੰਗ ਨਹੀਂ, ਉਸ ਦੀ ਕੋਈ ਜਾਤ ਬਿਰਾਦਰੀ ਨਹੀਂ। ਤੁਸੀਂ ਇਹ ਵੀ ਕਹਿੰਦੇ ਹੋ ਕਿ ਉਹਦਾ ਜਨਮ ਵੀ ਨਹੀਂ ਹੋਇਆ। ਫਿਰ ਸਮਝ ਨਹੀਂ ਆਉਂਦੀ ਕਿ ਪਰਮਾਤਮਾ ਕੀ ਹੈ। ਉਹਦਾ ਕੋਈ ਖਾਸ ਥਾਂ ਟਿਕਾਣਾ ਨਹੀਂ। ਫਿਰ ਉਹ ਹੈ ਕੀ? ਮਹਾਂਪੁਰਸ਼ਾਂ ਨੇ ਆਖਿਆ, ਬਸ ਜਿਸ ਦੀ ਸਮਝ ਨਹੀਂ ਆਉਂਦੀ ਉਹ ਹੀ ਪਰਮਾਤਮਾ ਹੈ। ਜਿਸ ਦੀ ਸਮਝ ਆ ਜਾਏ ਉਹ ਪਰਮਾਤਮਾ ਨਹੀਂ ਹੋ ਸਕਦਾ। ਉਹ ਕੋਈ ਆਕਾਰ ਹੋ ਸਕਦਾ ਹੈ, ਕੋਈ ਸਰੀਰ ਹੋ ਸਕਦਾ ਹੈ, ਉਹ ਕੁਝ ਵੀ ਹੋ ਸਕਦਾ, ਲੇਕਿਨ ਉਹ ਪਰਮਾਤਮਾ ਨਹੀਂ ਹੋ ਸਕਦਾ। ਜਾਂ ਇਸ ਤਰ੍ਹਾਂ ਆਖ ਲਈਏ, ਨਿਰੰਕਾਰ ਦੀ ਸਮਝ ਨਹੀਂ ਆ ਸਕਦੀ, ਆਕਾਰ ਦੀ ਸਮਝ ਆ ਸਕਦੀ ਏ। ਇਸ ਤਰ੍ਹਾਂ ਵੀ ਕਹਿ ਸਕਦੇ ਹਾਂ, ਆਕਾਰ ਨੂੰ ਸਮਝਿਆ ਜਾ ਸਕਦਾ ਹੈ, ਨਿਰਾਕਾਰ ਨੂੰ ਸਮਝਿਆ ਨਹੀਂ ਜਾ ਸਕਦਾ। ਲੇਕਿਨ ਗੁਰਮਤਿ ਦਾ ਇਹ ਮੰਨਣਾ ਹੈ ਕਿ ਉਸ ਪਰਮ ਪਿਤਾ ਪਰਮਾਤਮਾ ਨੂੰ ਪੂਰਨ ਤੌਰ ਤੇ ਸਮਝਿਆ ਤੇ ਨਹੀਂ ਜਾ ਸਕਦਾ, ਲੇਕਿਨ ਉਸ ਨੂੰ ਮਿਲਿਆ ਜਾ ਸਕਦਾ ਹੈ। ਉਹਦੇ ਵਿੱਚ ਅਭੇਦ ਹੋਇਆ ਜਾ ਸਕਦਾ ਹੈ। ਸੋ ਇਸ ਗੱਲ ਨੂੰ ਗੁਰਬਾਣੀ ਨੇ ਸਾਨੂੰ ਬੜੇ ਪਿਆਰ ਦੇ ਨਾਲ ਸਮਝਾਇਆ ਹੈ ਕਿ ਪਰਮਾਤਮਾ ਦੇ ਵਿੱਚ ਮਿਲਣਾ ਕਿਸ ਤਰ੍ਹਾਂ ਹੈ। ਉਸ ਨੂੰ ਸਮਝਣ ਦੀ ਕਦੇ ਕੋਸ਼ਿਸ਼ ਨਹੀਂ ਕਰਨੀ, ਕਿਉਂਕਿ ਉਹ ਪੂਰਨ ਤੌਰ ਤੇ ਸਮਝਿਆ ਨਹੀਂ ਜਾ ਸਕਦਾ। ਸਿਰਫ ਉਸ ਦੇ ਸੰਬੰਧ ਵਿੱਚ ਵਿਚਾਰ ਵਟਾਂਦਰਾ ਕਰਨਾ, ਉਹ ਵੀ ਇਸ ਲਈ ਕਰਨਾ ਹੈ ਕਿ ਅਸੀਂ ਉਸ ਦੇ ਵਿੱਚ ਮਿਲਣਾ ਹੈ, ਉਸ ਦੇ ਵਿੱਚ ਲੀਨ ਹੋਣਾ ਚਾਹੁੰਦੇ ਹਾਂ। ਸਾਨੂੰ ਜਿਹੜਾ ਇਹ ਮਹਾਂਪੁਰਸ਼ਾਂ ਦੇ ਗੁਰੂਆਂ ਦੇ ਦੱਸਣ ਮੁਤਾਬਕ ਇਹ 84 ਲੱਖ ਦਾ ਗੇੜ ਬਣਿਆ ਹੋਇਆ, ਇਸ ਗੇੜ ਚੋਂ ਬਾਹਰ ਕਿਵੇਂ ਨਿਕਲਣਾ, ਇਸ ਸਰਕਲ ਨੂੰ ਤੋੜਨਾ ਕਿਵੇਂ ਹੈ, ਬਸ ਇਹਨਾਂ ਗੱਲਾਂ ਨੂੰ ਸਮਝਣ ਲਈ ਆਪਾਂ ਗੁਰੂ ਕੀ ਸੰਗਤ ਵਿੱਚ ਆਉਣਾ ਹੈ। ਗੁਰੂ ਕੀ ਬਾਣੀ ਨੂੰ ਪੜ੍ਹਨਾ, ਸਮਝਣਾ, ਵਿਚਾਰਨਾ ਹੈ। ਲੇਕਿਨ ਪਰਮਾਤਮਾ ਦਾ ਅਸੀਂ ਅੰਤ ਨਹੀਂ ਪਾ ਸਕਾਂਗੇ। ਗੁਰੂ ਮਹਾਰਾਜ ਜੀ ਨੇ ਸਾਨੂੰ ਪਰਮਾਤਮਾ ਨੂੰ ਕਿਵੇਂ ਮਿਲਣਾ ਹੈ ਬੜਾ ਸੋਹਣਾ ਸਮਝਾਇਆ ਹੈ। ਗੁਰੂ ਅੰਗਦ ਦੇਵ ਮਹਾਰਾਜ ਜੀ ਫਰਮਾਉਂਦੇ ਨੇ, ਉਹਨੂੰ ਮਿਲਣ ਦਾ ਤਰੀਕਾ ਸਾਰੇ ਜਣੇ ਆਪਾਂ ਸਮਝ ਲਈਏ। ਅੱਖੀਂ ਬਾਝੋਂ ਵੇਖਣਾ, ਵਿਣ ਕੰਨਾਂ ਸੁਣਨਾ, ਪੈਰਾਂ ਬਾਝੋਂ ਚੱਲਣਾ, ਵਿਣ ਹੱਥਾਂ ਕਰਨਾ,
ਜੀਭੈ ਬਾਝੋਂ ਬੋਲਣਾ, ਇਉਂ ਜੀਵਤ ਮਰਨਾ। ਨਾਨਕ ਹੁਕਮ ਪਛਾਣ ਕੈ, ਕਉ ਖਸਮੈ ਮਿਲਣਾ। ਆਪਾਂ ਵੈਸੇ ਸੋਚ ਸਕਦੇ ਹਾਂ ਕਿ ਅੱਖਾਂ ਤੋਂ ਬਿਨਾਂ ਵੇਖਿਆ ਨਹੀਂ ਜਾ ਸਕਦਾ, ਕੰਨਾਂ ਤੋਂ ਬਿਨਾਂ ਸੁਣਿਆ ਵੀ ਨਹੀਂ ਜਾ ਸਕਦਾ, ਪੈਰਾਂ ਤੋਂ ਬਿਨਾਂ ਚੱਲਿਆ ਨਹੀਂ ਜਾ ਸਕਦਾ, ਹੱਥਾਂ ਤੋਂ ਬਿਨਾਂ ਕੋਈ ਕੰਮ ਧੰਦਾ ਨਹੀਂ ਕੀਤਾ ਜਾ ਸਕਦਾ, ਜੀਭ ਤੋਂ ਬਿਨਾਂ ਬੋਲਿਆ ਨਹੀਂ ਜਾ ਸਕਦਾ, ਤੇ ਜਿਉਂਦੇ ਜੀ ਮਰਿਆ ਵੀ ਤੇ ਨਹੀਂ ਜਾ ਸਕਦਾ। ਇਹ ਸਾਰੀਆਂ ਗੱਲਾਂ ਸਾਨੂੰ ਆਪਣੀ ਸੋਚ ਦੇ ਮੁਤਾਬਕ ਵਿਰੋਧੀ ਜਾਪਦੀਆਂ ਹਨ। ਲੇਕਿਨ ਜਦੋਂ ਆਪਾਂ ਇਹਨਾਂ ਵਿਚਾਰਾਂ ਨੂੰ ਸਮਝਦੇ ਹਾਂ ਤੇ ਫਿਰ ਇਹ ਸਪਸ਼ਟ ਹੋ ਜਾਂਦਾ ਹੈ ਕਿ ਆਪਾਂ ਵਿਰੋਧੀ ਗੱਲਾਂ ਨਹੀਂ ਹਨ, ਸਗੋਂ ਇਹੋ ਹੀ ਠੀਕ ਹਨ। ਅਸੀਂ ਹੀ ਹੁਣ ਤੱਕ ਕਿਸੇ ਭੁਲੇਖੇ ਵਿੱਚ ਜੀਂਦੇ ਰਹੇ ਹਾਂ। ਪਰਮਾਤਮਾ ਨੂੰ ਮਿਲਣ ਵਾਸਤੇ ਇਹਨਾਂ ਅੱਖਾਂ ਦੀ ਲੋੜ ਨਹੀਂ, ਕਿਉਂਕਿ ਪਰਮਾਤਮਾ ਨਿਰਾਕਾਰ ਹੈ ਤੇ ਨਿਰਾਕਾਰ ਨੂੰ ਇਹ ਅੱਖਾਂ ਨਹੀਂ ਵੇਖ ਸਕਦੀਆਂ। ਪਰਮਾਤਮਾ ਦੀ ਆਵਾਜ਼ ਇਹਨਾਂ ਕੰਨਾਂ ਨਾਲ ਨਹੀਂ ਸੁਣੀ ਜਾ ਸਕਦੀ, ਕਿਉਂਕਿ ਉਹ ਸਾਡੇ ਅੰਤਰ ਆਤਮੇ ਬੈਠਾ ਹੋਇਆ ਬੋਲਦਾ ਹੈ। ਉਹ ਜੇ ਕੋਈ ਸਰੀਰ ਹੋਵੇ, ਬਾਹਰੋਂ ਆ ਕੇ ਸਾਡੇ ਨਾਲ ਗੱਲਬਾਤ ਕਰੇ ਤੇ ਅਸੀਂ ਇਹਨਾਂ ਕੰਨਾਂ ਨਾਲ ਸੁਣ ਸਕਦੇ ਹਾਂ, ਪਰ ਇਸ ਤਰ੍ਹਾਂ ਦਾ ਉਹ ਕੋਈ ਵਿਅਕਤੀ ਨਹੀਂ ਜਿਹੜਾ ਸਾਡੇ ਨਾਲ ਗੱਲ ਕਰੇਗਾ ਤੇ ਅਸੀਂ ਇਹਨਾਂ ਕੰਨਾਂ ਨਾਲ ਸੁਣਾਂਗੇ। ਵਾਹਿਗੁਰੂ ਜੀ ਤੱਕ ਪਹੁੰਚਣਾ ਹੈ, ਜੇ ਤੇ ਉਹ ਕਿਤੇ ਹੋਵੇ, ਕਿਸੇ ਮੰਦਰ, ਕਿਸੇ ਗੁਰਦੁਆਰੇ, ਕਿਸੇ ਮਸਜਿਦ ਵਿੱਚ ਬੈਠਾ ਹੋਇਆ ਹੈ, ਤੇ ਅਸੀਂ ਇਹਨਾਂ ਪੈਰਾਂ ਨਾਲ ਚੱਲ ਕੇ ਉੱਥੋਂ ਤੱਕ ਪਹੁੰਚ ਸਕਦੇ ਹਾਂ। ਪਰ ਜਿਸ ਜਗ੍ਹਾ ਤੇ ਉਹ ਬੈਠਾ ਹੋਇਆ ਹੈ, ਉਸ ਜਗ੍ਹਾ ਤੱਕ ਇਹਨਾਂ ਪੈਰਾਂ ਨਾਲ ਚੱਲ ਕੇ ਨਹੀਂ ਜਾਇਆ ਜਾ ਸਕਦਾ, ਕਿਉਂਕਿ ਉਹ ਸਾਡੇ ਅੰਦਰ ਏ ਤੇ ਪੈਰ ਬਾਹਰ ਨੇ। ਪਰਮਾਤਮਾ ਦੀ ਸੇਵਾ ਇਹਨਾਂ ਹੱਥਾਂ ਦੁਆਰਾ ਨਹੀਂ ਕੀਤੀ ਜਾ ਸਕਦੀ, ਕਿਉਂਕਿ ਪਰਮਾਤਮਾ ਆਕਾਰ ਹੀ ਨਹੀਂ। ਕੋਈ ਆਕਾਰ ਹੋਵੇ ਤੇ ਅਸੀਂ ਉਹਦਾ ਕੋਈ ਇਸ਼ਨਾਨ ਪਾਣੀ ਕਰਾਈਏ, ਉਹਦੇ ਚਰਨ ਘੁੱਟ ਦਈਏ, ਉਹਨੂੰ ਭੋਜਨ ਛਕਾਈਏ, ਉਹਦੇ ਲਈ ਕੋਈ ਬਸਤਰ ਆਦਿਕ ਬਣਵਾ ਕੇ ਲੈ ਆਈਏ, ਪਰ ਉਹ ਹੱਥਾਂ ਦਾ ਵਿਸ਼ਾ ਨਹੀਂ। ਜੀਭ ਤੋਂ ਬਿਨਾਂ ਅਸੀਂ ਉਹਦੇ ਨਾਲ ਗੱਲਾਂ ਕਰਨੀਆਂ ਨੇ। ਉਹ ਅੰਤਰ ਆਤਮੇ ਬੈਠਾ ਹੋਇਆ ਹੈ, ਉਹਦੇ ਨਾਲ ਗੱਲਾਂ ਇਸ ਜੀਭ ਨਾਲ ਨਹੀਂ ਕੀਤੀਆਂ ਜਾ ਸਕਦੀਆਂ। ਉਹਦੇ ਨਾਲ ਗੱਲਾਂ ਅੰਤਰ ਆਤਮੇ ਸੁਰਤੀ ਦੁਆਰਾ ਹੀ ਕੀਤੀਆਂ ਜਾ ਸਕਦੀਆਂ ਨੇ। ਅਸੀਂ ਜਿਉਂਦੇ ਜੀ ਕਿਵੇਂ ਮਰਨਾ ਹੈ, ਬਸ ਆਹੋ ਹੀ ਗੱਲਾਂ ਗੁਰੂ ਅੰਗਦ ਦੇਵ ਮਹਾਰਾਜ ਜੀ ਦੀਆਂ ਸਮਝ ਲੈਣੀਆਂ ਨੇ, ਤੇ ਜਿਉਂਦੇ ਜੀ ਮਿਰਤੂ ਹੋ ਜਾਏਗੀ। ਇਹਦਾ ਭਾਵ ਇਹ ਹੈ, ਆਪਣੀ ਆਪਣਤ ਨੂੰ ਛੱਡਣਾ, ਅਹੰਕਾਰ ਨੂੰ ਗਵਾਉਣਾ, ਬਿਨਾਂ ਅੱਖਾਂ ਤੋਂ ਉਸ ਪਰਮਾਤਮਾ ਦੇ ਅੰਤਰ ਆਤਮੇ ਦਰਸ਼ਨ ਕਰਨੇ। ਆਪਾਂ ਪਿਛਲੀ ਵਾਰੀ ਗੱਲ ਕੀਤੀ ਸੀ ਕਿ ਪਰਮਾਤਮਾ ਦੇ ਦਰਸ਼ਨ ਹੁੰਦੇ ਨੇ ਜਿੱਥੇ ਕੁਝ ਵੀ ਨਹੀਂ ਹੁੰਦਾ। ਉਸ ਅਵਸਥਾ ਵਿੱਚ ਪਰਮਾਤਮਾ ਨੂੰ ਵੇਖਿਆ ਜਾ ਸਕਦਾ ਹੈ, ਜਿਸ ਅਵਸਥਾ ਵਿੱਚ ਜਾ ਕੇ ਮਨ ਦੇ ਵਿਚਾਰ ਰੁਕ ਜਾਣ, ਮਨ ਦੇ ਫੁਰਨੇ ਰੁਕ ਜਾਣ। ਕੋਈ ਮਨੁੱਖ ਨਿਰਵਿਚਾਰ ਹੋ ਜਾਏ, ਉਸ ਨੂੰ ਵੈਸੇ ਤਾਂ ਸਮਾਧੀ ਵਾਲੀ ਅਵਸਥਾ ਆਖਦੇ ਨੇ, ਪਰ ਇਹੋ ਜਿਹੀ ਕਿਸੇ ਅਵਸਥਾ ਵਿੱਚ ਜਾ ਕੇ ਜਿੱਥੇ ਕੁਝ ਵੀ ਨਹੀਂ ਹੁੰਦਾ, ਉਸ ਕੁਝ ਵੀ ਨਹੀਂ ਦੇ ਦਰਸ਼ਨ ਕਰਨੇ ਹੀ ਪਰਮਾਤਮਾ ਦੇ ਦਰਸ਼ਨ ਕਰਨੇ ਹੁੰਦੇ ਨੇ। ਸੋ ਉਸ ਨੂੰ ਅੱਖਾਂ ਤੋਂ ਬਿਨਾਂ ਹੀ ਵੇਖਿਆ ਜਾ ਸਕੇਗਾ। ਸਾਡੇ ਸਭਨਾਂ ਦੇ ਅੰਤਰ ਆਤਮੇ ਅਨਹਦ ਦੀ ਧੁਨੀ ਹਰ ਵਕਤ ਹੁੰਦੀ ਏ, 24 ਘੰਟੇ 7 ਦਿਨ ਲਗਾਤਾਰ ਹੁੰਦੀ ਏ, ਪਰ ਇਹਨਾਂ ਕੰਨਾਂ ਨਾਲ ਉਸ ਨੂੰ ਨਹੀਂ ਸੁਣਿਆ ਜਾ ਸਕਦਾ।
ਉਸ ਨੂੰ ਸੁਣਨ ਵਾਸਤੇ ਵੀ ਸਾਨੂੰ ਆਪਣੇ ਅੰਤਰਮੁਖੀ ਧਿਆਨ ਲਿਜਾਣਾ ਹੁੰਦਾ ਹੈ। ਸੁਰਤ ਦੁਆਰਾ ਹੀ ਉਹਦੇ ਤੱਕ ਪਹੁੰਚਿਆ ਜਾਣਾ, ਇਹਨਾਂ ਪੈਰਾਂ ਨਾਲ ਨਹੀਂ ਜਾਇਆ ਜਾਏਗਾ। ਗੁਰੂ ਸਾਹਿਬ ਨੇ ਬਚਨ ਲਿਖੇ ਨੇ, ਸੁਰਤੀ ਕੈ ਮਾਰਗ ਚੱਲ ਕੈ ਉਲਟੀ ਨਦਰ ਪ੍ਰਗਾਸੀ। ਇਹਨੂੰ ਸਮਝਣਾ ਜੀ ਜਰਾ ਕਿ ਉਲਟੀ ਨਦਰ ਪ੍ਰਕਾਸ਼ਮਾਨ ਕਿਵੇਂ ਹੁੰਦੀ ਹੈ। ਉਹ ਮਾਰਗ ਸੁਰਤ ਦਾ ਏ। ਮਾਰਗ ਇਹਨਾਂ ਅੱਖਾਂ ਨਾਲ ਵੇਖ ਕੇ ਚੱਲਣ ਵਾਲਾ ਨਹੀਂ। ਇਹ ਅੱਖਾਂ ਸਾਨੂੰ ਬਾਹਰੀ ਮਾਰਗ ਵਿਖਾਉਂਦੀਆਂ ਨੇ, ਉਹਦੇ ਲਈ ਇਹਨਾਂ ਦੀ ਜ਼ਰੂਰਤ ਹੈ। ਪਰ ਅੰਤਰ ਆਤਮੇ ਚੱਲਣਾ ਜਦੋਂ, ਤਦੋਂ ਉਲਟੀ ਨਦਰ ਪ੍ਰਗਾਸੀ। ਕਈ ਮਹਾਂਪੁਰਸ਼ ਕਹਿੰਦੇ ਨੇ ਕਿ ਅੱਖਾਂ ਨੂੰ ਪਿੱਛੇ ਨੂੰ ਪਰਤਾਓ। ਗੁਰਮਤਿ ਕਹਿੰਦੀ ਇਹਦੀ ਵੀ ਜ਼ਰੂਰਤ ਨਹੀਂ। ਸਿਰਫ ਤੁਸੀਂ ਅੱਖਾਂ ਨੂੰ ਬੰਦ ਕਰ ਲਵੋ ਤੇ ਆਪਣੇ ਧਿਆਨ ਵਿੱਚ ਟਿਕੋ। ਧਿਆਨ ਵਿੱਚ ਟਿਕਿਆਂ ਸਭ ਤੋਂ ਪਹਿਲਾਂ ਸਾਨੂੰ ਘੁੱਪ ਹਨੇਰਾ ਨਜ਼ਰ ਆਏਗਾ। ਬਸ ਉਹਦੇ ਵਿੱਚੋਂ ਹੀ ਕੁਝ ਦਿਸਣਾ ਸ਼ੁਰੂ ਹੁੰਦਾ ਹੈ। ਉਹਦੇ ਬਾਰੇ ਕੀ ਆਖਿਆ ਜਾ ਸਕਦਾ ਹੈ, ਲੇਕਿਨ ਤੁਸੀਂ ਅਭਿਆਸ ਕਰੋ। ਅਭਿਆਸ ਕਰਨ ਨਾਲ ਇਹ ਸਭ ਸ਼ੁਰੂ ਹੋ ਜਾਏਗਾ। ਸੋ ਇਸ ਤਰ੍ਹਾਂ ਜਦੋਂ ਅਸੀਂ ਅੱਖਾਂ ਤੋਂ ਬਿਨਾਂ ਵੇਖਣਾ ਸ਼ੁਰੂ ਕਰਾਂਗੇ, ਸੁਰਤੀ ਦੇ ਮਾਰਗ ਤੇ ਚੱਲਣਾ ਸ਼ੁਰੂ ਕਰਾਂਗੇ। ਸੁਰਤੀ ਦੇ ਮਾਰਗ ਤੇ ਕੰਨਾਂ ਤੋਂ ਬਿਨਾਂ ਹੀ ਉਸ ਅਨਹਦ ਨਾਦ ਨੂੰ ਸੁਣਿਆ ਜਾ ਸਕੇਗਾ। ਸੁਰਤੀ ਦੇ ਮਾਰਗ ਤੇ ਚੱਲ ਕੇ ਹੀ ਬਿਨਾਂ ਪੈਰਾਂ ਤੋਂ ਉਹਦੇ ਤੱਕ ਪਹੁੰਚਿਆ ਜਾ ਸਕੇਗਾ। ਸੁਰਤੀ ਦੇ ਮਾਰਗ ਤੇ ਚੱਲ ਕੇ ਹੀ ਉਸ ਪਰਮਾਤਮਾ ਦੀ ਬਿਨਾਂ ਹੱਥਾਂ ਤੋਂ ਸੇਵਾ ਕੀਤੀ ਜਾ ਸਕੇਗੀ। ਸੁਰਤੀ ਦੇ ਮਾਰਗ ਤੇ ਚੱਲ ਕੇ ਹੀ ਜੀਭ ਤੋਂ ਬਿਨਾਂ ਬੋਲਿਆ ਵੀ ਜਾ ਸਕੇਗਾ। ਇਸ ਨੂੰ ਗੁਰੂ ਜੀ ਨੇ ਆਖਿਆ ਇਉਂ ਜੀਵਤ ਮਰਨਾ। ਜਦੋਂ ਕੋਈ ਮਨੁੱਖ ਇਸ ਅਵਸਥਾ ਵਿੱਚ ਪਹੁੰਚੇ ਤੇ ਫਿਰ ਆਖਿਆ ਨਾਨਕ ਹੁਕਮ ਪਛਾਣ ਕੇ ਤਉ ਖਸਮੈ ਮਿਲਣਾ। ਇਸ ਅਵਸਥਾ ਵਿੱਚ ਪਹੁੰਚ ਕੇ ਹੀ ਵਾਹਿਗੁਰੂ ਜੀ ਦੀ ਰਜ਼ਾ ਨੂੰ ਪਹਿਚਾਣਿਆ ਜਾ ਸਕਦਾ ਹੈ, ਵਾਹਿਗੁਰੂ ਜੀ ਦੀ ਰਜ਼ਾ ਨੂੰ ਸਮਝਿਆ ਜਾ ਸਕਦਾ ਹੈ। ਉਸ ਤੋਂ ਪਹਿਲਾਂ ਅਸੀਂ ਮਾਲਕ ਦੀ ਰਜ਼ਾ ਨੂੰ ਸਮਝਣ ਤੋਂ ਵੀ ਅਸਮਰਥ ਹੁੰਦੇ ਹਾਂ। ਭਾਵੇਂ ਅਸੀਂ ਹਰ ਗੱਲ ਦੇ ਨਾਲ ਕਹਿ ਦਿੰਦੇ ਹਾਂ, ਹਾਂਜੀ ਮਰਜ਼ੀ ਏ ਮਾਲਕ ਦੀ, ਜਿਵੇਂ ਉਹਦੀ ਖੁਸ਼ੀ ਏ, ਉਹਦਾ ਭਾਣਾ ਏ, ਇਹ ਸਭ ਕਹਿਣ ਦੀਆਂ ਗੱਲਾਂ ਨੇ। ਅਜੇ ਅਸੀਂ ਉਸ ਅਵਸਥਾ ਵਿੱਚ ਪਹੁੰਚੇ ਨਹੀਂ ਜਿੱਥੇ ਪਹੁੰਚ ਕੇ ਵਾਹਿਗੁਰੂ ਜੀ ਦੇ ਹੁਕਮ ਦੀ ਸਹੀ ਅਰਥਾਂ ਵਿੱਚ ਪਹਿਚਾਣ ਹੋ ਜਾਂਦੀ ਏ। ਜਦੋਂ ਉਹਦੀ ਪਹਿਚਾਣ ਹੋਣ ਲੱਗ ਪਵੇ ਤਾਂ ਉਹ ਖਸਮੈ ਮਿਲਣਾ। ਇਸ ਤਰ੍ਹਾਂ ਖਸਮ ਦੇ ਵਿੱਚ ਮਿਲ ਪਈਦਾ ਹੈ, ਉਸ ਨੂੰ ਮਿਲਿਆ ਜਾ ਸਕਦਾ ਹੈ। ਲੇਕਿਨ ਫਿਰ ਉੱਥੇ ਹੀ ਗੱਲ ਆ ਜਾਣੀ ਹੈ ਕਿ ਸਮਝ ਨਹੀਂ ਆਉਂਦੀ ਪਰਮਾਤਮਾ ਕੀ ਏ। ਉਹਦੀ ਸਮਝ ਆਉਣੀ ਵੀ ਨਹੀਂ, ਸਮਝਣ ਦੀ ਜ਼ਰੂਰਤ ਵੀ ਨਹੀਂ। ਜਿਹੜਾ ਨਹੀਂ ਸਮਝਿਆ ਜਾ ਸਕਦਾ ਉਹ ਹੀ ਪਰਮਾਤਮਾ ਹੁੰਦਾ। ਜਿਹਨੂੰ ਸਮਝਿਆ ਜਾ ਸਕਦਾ ਹੋਵੇ ਉਹ ਤੇ ਸਾਡੀ ਬੁੱਧੀ ਤੋਂ ਛੋਟਾ ਹੋ ਜਾਏਗਾ, ਸਾਡੀ ਬੁੱਧੀ ਉਸ ਤੋਂ ਵੱਡੀ ਤੇ ਮਹਾਨ ਹੋ ਜਾਏਗੀ। ਇਸ ਲਈ ਆਪਾਂ ਯਤਨ ਹੀ ਨਹੀਂ ਕਰਨਾ ਕਿ ਉਹਨੂੰ ਸਮਝਿਆ ਜਾ ਸਕੇ। ਬਸ ਸਾਡੇ ਜੀਵਨ ਦਾ ਲਕਸ਼ ਉਹਦੇ ਵਿੱਚ ਅਭੇਦ ਹੋਣਾ, ਉਹਦੇ ਵਿੱਚ ਸਮਾ ਜਾਣਾ ਤੇ ਜੀਵਤ ਭਾਵ ਤੋਂ ਮਰ ਜਾਣਾ। ਭਾਵ ਅਹੰਕਾਰ ਛੱਡ ਦੇਣਾ, ਨਿਮਰਤਾ ਵਿੱਚ ਰਹਿ ਕੇ ਆਪਣਾ ਜੀਵਨ ਬਿਤਾਣਾ। ਸੋ ਆਓ ਹੁਣ ਆਪਾਂ ਜਿਹੜੇ ਗੁਰਬਾਣੀ ਦੇ ਸਿਰਲੇਖ ਸਮਝ ਰਹੇ ਹਾਂ ਉਹਨਾਂ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਪਿਛਲੀ ਕਥਾ ਵਿੱਚ ਆਪਾਂ ਤੁਖਾਰੀ ਰਾਗ ਤੇ ਗੱਲ ਸਮਾਪਤ ਕੀਤੀ ਸੀ ਤੇ ਸਮਝਿਆ ਸੀ ਕਿ ਤੁਖਾਰ ਦਾ ਮਤਲਬ ਹੁੰਦਾ ਹੈ ਠੰਡ, ਬਰਫ਼। ਤੇ ਜਦੋਂ ਕੋਈ ਸੱਜਣ ਤੁਖਾਰੀ ਰਾਗ ਗਾਉਂਦਾ ਹੈ, ਜੇ ਸੱਚਮੁੱਚ ਹੀ ਉਹ ਠੀਕ ਸਹੀ ਅਰਥਾਂ ਵਿੱਚ ਤੁਖਾਰੀ ਰਾਗ ਗਾ ਰਿਹਾ ਹੋਵੇ ਤੇ ਉਹਦੇ ਨਾਲ ਮਨ ਨੂੰ ਬਹੁਤ ਸ਼ਾਂਤੀ ਮਿਲਦੀ ਹੈ। ਮਨ ਦਾ ਬੜੀ ਛੇਤੀ ਨਾਲ ਟਿਕਾ ਬਣਦਾ ਹੈ। ਲੇਕਿਨ ਇੱਕ ਗੱਲ ਬੜੀ ਜ਼ਰੂਰੀ ਹੈ ਕਿ ਉਹ ਸ਼ਬਦ ਕਿਹੋ ਜਿਹੇ ਉਹਦੇ ਵਿੱਚ ਪਾਏ ਗਏ ਨੇ।
ਭਾਈ ਮਰਦਾਨਾ ਜੀ ਰਬਾਬ ਵਜਾਉਂਦੇ ਸਨ। ਗੁਰੂ ਨਾਨਕ ਸਾਹਿਬ ਉਹਦੀ ਰਬਾਬ ਤੇ ਮੋਹਿਤ ਹੋ ਗਏ ਸਨ ਤੇ ਆਖਣ ਲੱਗੇ ਸੀ, ਮਰਦਾਨਿਆ ਤੂੰ ਬਹੁਤ ਸੋਹਣਾ ਵਜਾਉਂਦਾ ਹੈ ਰਬਾਬ, ਜੇਕਰ ਇਹਦੇ ਵਿੱਚ ਗੁਰੂ ਦਾ ਸ਼ਬਦ ਪਾ ਕੇ ਗਾਵੇਂ ਤੇਰਾ ਲੋਕ ਤੇ ਪਰਲੋਕ ਸੁਹੇਲਾ ਹੋ ਸਕਦਾ ਹੈ। ਰਾਗ ਭਾਵੇਂ ਕੋਈ ਵੀ ਹੋਵੇ, ਰਾਗ ਦੇ ਵਿੱਚ ਕੀ ਪਾਇਆ ਜਾ ਕੇ ਸਾਨੂੰ ਸੁਣਾਇਆ ਜਾ ਰਿਹਾ ਹੈ, ਉਹ ਗੱਲ ਵੇਖਣ ਵਾਲੀ ਹੈ। ਰਾਗ ਤੁਖਾਰੀ ਹੋਵੇ, ਉਹਦੇ ਵਿੱਚ ਸ਼ਬਦ ਮਨ ਨੂੰ ਭਟਕਾਉਣ ਵਾਲੇ ਪਾਏ ਗਏ ਹੋਣ ਤੇ ਉਹ ਠੰਡ ਨਹੀਂ ਦੇਵੇਗਾ। ਜੇ ਉਸੇ ਰਾਗ ਵਿੱਚ ਗੁਰੂ ਕੀ ਬਾਣੀ ਦਾ ਸ਼ਬਦ ਪਾ ਕੇ ਗਾਵਿਆ ਜਾਏ ਤੇ ਉਹ ਸਾਡੇ ਮਨ ਨੂੰ ਸਹਿਜ ਸੁਭਾਵਕ ਹੀ ਸ਼ਾਂਤੀ ਪ੍ਰਦਾਨ ਕਰੇਗਾ। ਗੁਰੂ ਅਮਰਦਾਸ ਮਹਾਰਾਜ ਜੀ ਨੇ ਬਚਨ ਲਿਖੇ ਨੇ, ਰਾਗ ਨਾਦ ਸ਼ਬਦ ਸੋਹਣੇ। ਜਿੰਨੇ ਵੀ ਰਾਗ ਹਨ, ਜਿੰਨੇ ਵੀ ਨਾਦ ਹਨ, ਉਹ ਬੜੇ ਸੋਹਣੇ ਨੇ। ਜਾਂ ਲਾਗੈ ਸਹਿਜ ਧਿਆਨ, ਜੇ ਗੁਰੂ ਦੇ ਸ਼ਬਦ ਰਾਹੀਂ ਸਹਿਜ ਵਿੱਚ ਧਿਆਨ ਲੱਗ ਜਾਏ। ਇੱਥੇ ਸਹਿਜ ਤੋਂ ਭਾਵ ਪਰਮਾਤਮਾ। ਜੇ ਕਿਸੇ ਮਨੁੱਖ ਦਾ ਧਿਆਨ ਪਰਮਾਤਮਾ ਨਾਲ ਜੁੜ ਜਾਏ, ਜਿਹੜਾ ਦਿਸਦਾ ਨਹੀਂ, ਜਿਹੜਾ ਨਿਰਾਕਾਰ ਹੈ, ਉਹਦੇ ਵਿੱਚ ਜੇ ਧਿਆਨ ਜੁੜ ਜਾਏ ਗੁਰੂ ਦੇ ਸ਼ਬਦ ਰਾਹੀਂ, ਫਿਰ ਇਹ ਸਾਰੇ ਰਾਗ ਤੇ ਨਾਦ ਵੀ ਸ਼ੋਭਨੀਕ ਹੁੰਦੇ ਹਨ। ਤੁਖਾਰੀ ਤੋਂ ਬਾਅਦ ਹੈ ਜੀ ਕੇਦਾਰਾ ਰਾਗ। ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ ਨੰਬਰ 1118 ਤੋਂ ਪ੍ਰਾਰੰਭ ਹੁੰਦਾ ਹੈ। ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਇਹਦਾ 23ਵਾਂ ਨੰਬਰ ਹੈ। ਇਹਦਾ ਗਾਉਣ ਦਾ ਵੇਲਾ ਰਾਤ ਦਾ ਦੂਸਰਾ ਪਹਿਰ ਹੈ। ਰਾਤ ਦਾ ਦੂਸਰਾ ਪਹਿਰ ਤੋਂ ਭਾਵੇਂ ਸ਼ਾਮੀ ਰਾਤੀ 9 ਵਜੇ ਤੋਂ ਬਾਅਦ ਇਹ ਰਾਗ ਗਾਇਆ ਜਾ ਸਕਦਾ ਹੈ। ਗੁਰੂ ਚੌਥੇ ਪਾਤਸ਼ਾਹ ਮਹਾਰਾਜ ਜੀ ਨੇ ਇਸ ਰਾਗ ਦੀ ਜਦੋਂ ਪ੍ਰਾਰੰਭਤਾ ਕੀਤੀ ਹੈ, ਉਹ ਕਹਿੰਦੇ ਨੇ, ਮੇਰੇ ਮਨ ਰਾਮ ਨਾਮ ਨਿਤ ਗਾਵੀਐ ਰੇ। ਆਪਾਂ ਪਿੱਛੇ ਗੱਲ ਕੀਤੀ ਸੀ ਕਿ ਗੁਰਬਾਣੀ ਇੱਕ ਮਿਸ਼ਰੀ ਦੀ ਤਰ੍ਹਾਂ ਹੈ। ਉਹਨੂੰ ਕਿਸੇ ਪਾਸਿਓਂ ਵੀ ਚੱਖ ਕੇ ਵੇਖੋ, ਉਹਦੇ ਵਿੱਚੋਂ ਮਿਠਾਸ ਹੀ ਆਏਗੀ, ਭਾਵੇਂ ਉਹਦੇ ਕਿਸੇ ਪਾਸਿਓਂ ਜੀਭ ਲਗਾਓ। ਗੁਰਬਾਣੀ ਨੂੰ ਕਿਸੇ ਪਾਸਿਓਂ ਪੜ੍ਹੋ, ਸ਼ਬਦ ਨੂੰ ਕਿਸੇ ਪਾਸਿਓਂ ਵੇਖੋ, ਗੱਲ ਆਖਰ ਨਾਮ ਤੇ ਹੀ ਜਾ ਕੇ ਮੁੱਕਦੀ ਏ। ਨਾਮ ਤੋਂ ਬਿਨਾਂ ਸਾਡੀ ਜ਼ਿੰਦਗੀ ਦਾ ਮਸਲਾ ਹੱਲ ਹੀ ਨਹੀਂ ਹੋਣਾ। ਇਹ ਬੜਾ ਹੀ ਜ਼ਰੂਰੀ ਹੈ ਕਿ ਅਸੀਂ ਗੁਰੂ ਦੇ ਦੱਸੇ ਹੋਏ ਨਾਮ ਨੂੰ, ਸ਼ਬਦ ਨੂੰ ਆਪਣੇ ਜੀਵਨ ਵਿੱਚ ਅਪਣਾਈਏ। ਮੇਰੇ ਮਨ, ਹੇ ਮੇਰੇ ਮਨਾ, ਰਾਮ ਨਾਮ ਨਿਤ ਗਾਵੀਐ ਰੇ। ਸਾਨੂੰ ਚਾਹੀਦਾ ਹੈ ਮੇਰੇ ਮਨਾ, ਅਸੀਂ ਪਰਮਾਤਮਾ ਦੇ ਨਾਮ ਨੂੰ ਨਿਤਾ ਪ੍ਰਤੀ ਗਾਇਨ ਕਰੀਏ, ਉਹਨੂੰ ਕਦੇ ਵਿਸਾਰੀਏ ਨਾ। ਅਗੰਮ ਅਗੋਚਰ ਨਾ ਜਾਈ ਹਰ ਲਖਿਆ। ਸਮਝਿਆ ਨਹੀਂ ਜਾ ਸਕਦਾ ਪਰਮੇਸ਼ਵਰ ਨੂੰ। ਉਹ ਅਗੰਮ ਹੈ। ਅਗੰਮ ਦਾ ਮਤਲਬ ਹੁੰਦਾ ਹੈ ਅਪਹੁੰਚ, ਜਿੱਥੋਂ ਤੱਕ ਪਹੁੰਚ ਨਾ ਹੋਵੇ। ਅਗੋਚਰ ਦਾ ਮਤਲਬ ਹੈ ਜਿੱਥੋਂ ਤੱਕ ਸਾਡੀਆਂ ਗਿਆਨ ਇੰਦਰੀਆਂ, ਮਨ, ਬੁੱਧ, ਚਿੱਤ, ਅਹੰਕਾਰ ਦੀ ਪਕੜ ਨਾ ਹੋ ਸਕੇ। ਪਰਮੇਸ਼ਵਰ ਉਸ ਤੋਂ ਵੀ ਪਰੇ ਹੈ। ਯਾਨੀ ਪਰਮਾਤਮਾ ਸਾਡੇ ਇਹਨਾਂ ਗਿਆਨ ਇੰਦਰੀਆਂ ਦੇ ਰਾਹੀਂ ਸਾਡੀ ਪਕੜ ਵਿੱਚ ਨਹੀਂ ਆ ਸਕਦਾ। ਉਹ ਪਕੜ ਵਿੱਚ ਆਉਂਦਾ ਕਿਵੇਂ ਆ? ਗੁਰਪੂਰਾ ਮਿਲੈ ਲਖਾਵੀਐ ਰੇ। ਪੂਰੇ ਗੁਰੂ ਦੀ ਮਿਹਰ ਦਾ ਸਦਕਾ, ਪੂਰੇ ਗੁਰੂ ਦੀ ਰਹਿਮਤ ਦਾ ਸਦਕਾ ਪਰਮੇਸ਼ਵਰ ਨੂੰ ਅੰਤਰਾਤਮੇ ਅਨੁਭਵ ਕੀਤਾ ਜਾ ਸਕਦਾ ਹੈ। ਇਹ ਜਿਹੜੀਆਂ ਸਾਡੀਆਂ ਇੰਦਰੀਆਂ ਹਨ, ਚਾਹੇ ਕਰਮ ਇੰਦਰੀਆਂ ਨੇ, ਗਿਆਨ ਇੰਦਰੀਆਂ ਨੇ, ਮਨ, ਬੁੱਧ, ਚਿੱਤ, ਅਹੰਕਾਰ ਏ,
ਨਾ ਜਾਈ ਹਰ ਲਖਿਆ। ਇਹਨਾਂ ਦੁਆਰਾ ਪਰਮੇਸ਼ਵਰ ਨੂੰ ਲਖਿਆ ਨਹੀਂ ਜਾ ਸਕਦਾ, ਸਮਝਿਆ ਨਹੀਂ ਜਾ ਸਕਦਾ। ਇਹਨਾਂ ਤੋਂ ਉੱਚੇ ਉੱਠਣਾ ਹੋਏਗਾ। ਸਾਡੀਆਂ ਇਹ ਕਰਮ ਇੰਦਰੀਆਂ, ਸਾਡੀਆਂ ਇਹ ਗਿਆਨ ਇੰਦਰੀਆਂ ਸਾਨੂੰ ਸੰਸਾਰ ਦੇ ਵਿੱਚ ਪੂਰਨ ਤੌਰ ਤੇ ਉਲਝਾ ਕੇ ਰੱਖਦੀਆਂ ਨੇ, ਔਰ ਇਹ ਇਕੱਲੀਆਂ ਆਪਣੇ ਆਪ ਨਹੀਂ ਉਲਝਾਉਂਦੀਆਂ। ਇਹਨਾਂ ਦੇ ਨਾਲ 5 ਵਿਕਾਰ ਹਨ, ਜਿਨ੍ਹਾਂ ਨੂੰ ਗੁਰਬਾਣੀ ਵਿੱਚ ਕਾਮ, ਕ੍ਰੋਧ, ਲੋਭ, ਮੋਹ ਤੇ ਅਹੰਕਾਰ ਆਖਿਆ ਗਿਆ ਹੈ। ਉਹਨਾਂ ਦੀ ਸੰਗਤ ਪਾ ਕੇ ਇਹ ਸਾਰੀ ਟੋਲੀ ਜਿਹੜੀ ਏ, ਇਹ ਸਾਨੂੰ ਸੰਸਾਰ ਦੇ ਮੋਹ ਮਮਤਾ ਦੇ ਵਿੱਚ ਉਲਝਾਈ ਰੱਖਦੀ ਏ, ਇਹਦੇ ਤੋਂ ਨਿਕਲਣ ਹੀ ਨਹੀਂ ਦਿੰਦੀ। ਮਨ ਕਿਹੋ ਜਿਹੇ ਬਹਾਨੇ ਬਣਾ ਕੇ ਸਾਨੂੰ ਮੋੜ ਕੇ ਫਿਰ ਸੰਸਾਰਿਕ ਚੀਜ਼ਾਂ ਵਿੱਚ ਲਿਆ ਕੇ ਫਸਾ ਦਿੰਦਾ ਹੈ। ਸਾਡੇ ਤੋਂ ਇਹੋ ਜਿਹਾ ਕੋਈ ਨਾ ਕੋਈ ਕੰਮ ਕਰਵਾਉਂਦਾ ਹੈ, ਫਿਰ ਅਸੀਂ ਸੋਚਦੇ ਹਾਂ ਇਹ ਜਿਹੜਾ ਕੰਮ ਮੈਂ ਸ਼ੁਰੂ ਕੀਤਾ ਮੇਰੀ ਜ਼ਿੰਮੇਵਾਰੀ ਏ, ਮੈਂ ਇਸ ਨੂੰ ਪੂਰਿਆਂ ਕਰਾਂ। ਬਸ ਇਸ ਤਰ੍ਹਾਂ ਸਾਡਾ ਮਨ ਸਾਨੂੰ ਉਲਝਾਉਂਦਾ ਹੈ। ਗੁਰਮਤਿ ਇਹ ਨਹੀਂ ਕਹਿੰਦੀ ਕਿ ਆਪਾਂ ਕੰਮ ਨਹੀਂ ਕਰਨੇ, ਆਪਾਂ ਕੀਰਤਨ ਨਹੀਂ ਕਰਨੀ। ਗੁਰਮਤਿ ਕਹਿੰਦੀ ਇਹਦੇ ਵਿੱਚ ਉਲਝਣਾ ਨਹੀਂ, ਇਹਦੇ ਵਿੱਚ ਫਸਣਾ ਨਹੀਂ। ਕੰਮ ਕਰਦਿਆਂ ਕਰਦਿਆਂ ਹੋ ਗਿਆ ਵਾਹ ਭਲਾ, ਨਹੀਂ ਹੋ ਗਿਆ ਤਾਂ ਵੀ ਚੰਗਾ। ਬਸ ਇਹੋ ਹੀ ਗੱਲ ਸੀ, ਨਾਨਕ ਹੁਕਮ ਪਛਾਣ ਕੇ ਵਾਹਿਗੁਰੂ ਜੀ ਦੀ ਰਜ਼ਾ ਨੂੰ ਪਹਿਚਾਨਣਾ ਕਿ ਮੈਂ ਤੇ ਆਪਣੇ ਵੱਲੋਂ ਮਿਹਨਤ ਕੀਤੀ ਏ, ਨਹੀਂ ਹੋਇਆ ਤੇ ਨਾ ਸਹੀ। ਉਹਦੇ ਵਿੱਚ ਉਲਝ ਨਹੀਂ ਜਾਣਾ, ਫਸ ਨਹੀਂ ਜਾਣਾ ਕਿ ਮੈਂ ਤੈਨੂੰ ਕਰਕੇ ਹੀ ਸਾਹ ਲੈਣਾ ਹੈ, ਜਾਂ ਕਰਾਂਗਾ ਤਾਂ ਹੀ ਮੇਰੀ ਜਿੰਦ ਬਚੇਗੀ, ਨਹੀਂ ਤੇ ਮੈਂ ਬਚ ਨਹੀਂ ਸਕਦਾ। ਫਿਰ ਅਸੀਂ ਹੁਕਮ ਨੂੰ ਪਹਿਚਾਨ ਨਹੀਂ ਰਹੇ ਹੁੰਦੇ। ਸੋ ਇਹ ਸਾਡੇ ਜਿਹੜੇ ਜਿੰਨੇ ਵੀ ਇੰਦਰੇ ਹਨ, ਇਹ ਸਾਨੂੰ ਸੰਸਾਰ ਦੇ ਵਿੱਚ ਕਿਸੇ ਨਾ ਕਿਸੇ ਰੂਪ ਵਿੱਚ ਉਲਝਾਈ ਰੱਖਣ ਵਿੱਚ ਕਾਮਯਾਬ ਹੁੰਦੇ ਨੇ। ਲੇਕਿਨ ਜਿਸ ਕਿਸੇ ਵਿਅਕਤੀ ਨੂੰ ਪੂਰਾ ਗੁਰੂ ਮਿਲ ਪਵੇ, ਉਹ ਸਮਝਾ ਦਿੰਦਾ ਹੈ ਮਨੁੱਖ ਨੂੰ ਕਿ ਇਹ ਸੰਸਾਰ ਵਿੱਚ ਤੂੰ ਕਿਸ ਕਾਰਨ ਉਲਝਿਆ ਹੋਇਆ ਹੈ, ਜਦੋਂ ਕਿ ਇੱਥੋਂ ਨਾਲ ਤੁਰਨ ਵਾਲੀ ਕੋਈ ਵੀ ਚੀਜ਼ ਨਹੀਂ। ਹਰ ਚੀਜ਼ ਇੱਥੋਂ ਦੀ ਇੱਥੇ ਹੀ ਰਹਿਣ ਵਾਲੀ ਹੈ। ਇਹ ਸਰੀਰ ਜਿਹੜਾ ਸਾਨੂੰ ਇਸ ਸੰਸਾਰ ਵਿੱਚੋਂ ਹੀ ਮਿਲਿਆ ਹੈ, ਇਹ ਵੀ ਇੱਥੇ ਹੀ ਰਹੇਗਾ। ਗੁਰੂ ਜੀ ਫਰਮਾਉਂਦੇ ਨੇ ਕਿ ਜਿਹੜੀ ਆਤਮਾ ਹੈ ਉਹ ਇਸ ਬ੍ਰਹਿਮੰਡ ਦੀ, ਇਸ ਧਰਤੀ ਦੀ ਦਾ ਨਿਵਾਸ ਰੱਖਣ ਵਾਲੀ ਨਹੀਂ, ਉਹ ਕਿਸੇ ਹੋਰ ਜਗ੍ਹਾ ਤੋਂ ਆਈ ਹੈ। ਉਹਦਾ ਹੋਰ ਆਪਣਾ ਇੱਕ ਨਿੱਜ ਟਿਕਾਣਾ ਹੈ, ਉਹਨੇ ਉੱਥੇ ਪਹੁੰਚਣਾ ਹੈ। ਲੇਕਿਨ ਮਨ, ਬੁੱਧ, ਚਿੱਤ, ਹੰਕਾਰ ਤੇ ਗਿਆਨ ਇੰਦਰੇ ਸਾਨੂੰ ਉੱਥੋਂ ਤੱਕ ਪਹੁੰਚਣ ਨਹੀਂ ਦਿੰਦੇ। ਗੁਰੂ ਦੀ ਸਿੱਖਿਆ ਨੂੰ ਪਾ ਕੇ ਫਿਰ ਜੇ ਕੋਈ ਮਨੁੱਖ ਯਤਨ ਕਰੇ, ਕੋਸ਼ਿਸ਼ ਕਰੇ, ਮਿਹਨਤ ਕਰੇ, ਤੇ ਉਹ ਆਪਣੇ ਟੀਚੇ ਤੇ ਪਹੁੰਚ ਸਕਦਾ ਹੈ। ਇਸ ਤੋਂ ਅੱਗੇ ਦੂਸਰਾ ਅਗਲਾ ਰਾਗ ਜਿਹੜਾ ਉਹ ਰਾਗ ਹੈ ਭੈਰੋ। ਭੈਰੋ ਰਾਗ ਜਿਹੜਾ ਹੈ ਅੰਮ੍ਰਿਤ ਵੇਲੇ ਦਾ ਰਾਗ ਹੈ। ਅੰਮ੍ਰਿਤ ਵੇਲੇ ਤੁਸੀਂ ਵੇਖਿਆ ਹੋਣਾ ਹੈ, ਜਦੋਂ ਰਾਗੀ ਸਿੰਘ ਆਸਾ ਕੀ ਵਾਰ ਸ਼ੁਰੂ ਕਰਦੇ ਨੇ, ਭਾਵੇਂ ਇੱਥੇ ਤੇ ਅੰਮ੍ਰਿਤ ਵੇਲੇ ਨਹੀਂ ਹੁੰਦੀ, ਆਪਾਂ 10 ਵਜੇ ਸ਼ੁਰੂ ਕਰਦੇ ਹਾਂ, ਚਲੋ ਜਿਵੇਂ ਸਮਾਂ ਬਣਿਆ ਹੋਇਆ ਹੈ। ਲੇਕਿਨ ਆਸਾ ਕੀ ਵਾਰ ਦਾ ਜਿਹੜਾ ਸਮਾਂ ਹੈ ਉਹ ਸੂਰਜ ਨਿਕਲਣ ਤੋਂ ਪਹਿਲਾਂ ਦਾ। ਸੂਰਜ ਨਿਕਲਣ ਤੋਂ ਬਾਅਦ ਇਸ ਵਾਰ ਦਾ ਸਮਾਂ ਨਹੀਂ ਮੰਨਿਆ ਜਾਂਦਾ, ਕਿਉਂਕਿ ਇਹ ਵੀ ਅੰਮ੍ਰਿਤ ਵੇਲੇ ਦਾ ਰਾਗ ਹੈ। ਸੋ ਭੈਰੋ ਰਾਗ ਦੇ ਵਿੱਚ ਤੁਸੀਂ ਵੇਖਿਆ ਹੋਣਾ ਕਿ ਜਦੋਂ ਰਾਗੀ ਸਿੰਘ ਆਸਾ ਕੀ ਵਾਰ ਸ਼ੁਰੂ ਕਰਦੇ ਨੇ, ਉਹ ਪਹਿਲਾਂ 1-2 ਸ਼ਬਦ ਆਸਾ ਰਾਗ ਵਿੱਚ ਗਾ ਕੇ ਫਿਰ ਭੈਰੋ, ਫਿਰ ਭੈਰਵੀ, ਇਸ ਤਰ੍ਹਾਂ ਦੇ ਜਿਹੜੇ ਸਵੇਰ ਦੇ ਗਾਏ ਜਾਣ ਵਾਲੇ ਰਾਗ ਨੇ ਉਹਨਾਂ ਵਿੱਚ ਗਾਉਂਦੇ ਨੇ। ਪਰ ਵਿਦਵਾਨਾਂ ਦਾ ਮਤ ਹੈ ਕਿ ਇਸ ਪੂਰੀ ਆਸਾ ਕੀ ਵਾਰ ਨੂੰ ਆਸਾ ਰਾਗ ਵਿੱਚ ਹੀ ਗਾਉਣਾ ਚਾਹੀਦਾ ਹੈ, ਤੇ ਸਾਰੀਆਂ 24 ਦੀਆਂ 24 ਪੌੜੀਆਂ ਟੁੰਡੇ ਅਸਰਾਜੇ ਕੀ ਧੁਨੀ ਉੱਤੇ ਹੀ ਗਾਉਣੀਆਂ ਚਾਹੀਦੀਆਂ ਨੇ। ਚਲੋ ਇਸ ਤਰ੍ਹਾਂ ਭਾਵੇਂ ਨਹੀਂ ਹੋ ਰਿਹਾ, ਉਹ ਇੱਕ ਵੱਖਰੀ ਗੱਲ ਏ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਇਸ ਰਾਗ ਦਾ 24ਵਾਂ ਨੰਬਰ ਏ। ਇਸ ਵਿੱਚ ਗੁਰੂ ਜੀ ਆਖਦੇ ਨੇ, ਪਹਿਲੇ ਪਾਤਸ਼ਾਹ, ਤੁਝ ਤੇ ਬਾਹਰ ਕਿਛੂ ਨਾ ਹੋਏ। ਹੇ ਪਰਮਾਤਮਾ, ਇਹਨਾਂ ਪੂਰੇ ਬ੍ਰਹਿਮੰਡਾਂ ਦੇ ਅੰਦਰ
ਤੇਰੇ ਤੋਂ ਬਿਨਾਂ ਯਾਨੀ ਤੇਰੀ ਮਰਜ਼ੀ ਤੋਂ ਬਿਨਾਂ, ਤੇਰੀ ਰਜ਼ਾ ਤੋਂ ਬਿਨਾਂ ਕੁਝ ਵੀ ਨਹੀਂ ਹੋ ਰਿਹਾ। ਵੇਖੋ, ਇਹ ਵੀ ਸਾਡੀ ਅਗਿਆਨਤਾ ਹੀ ਏ ਕਿ ਅਸੀਂ ਜਦੋਂ ਕੁਝ ਘਟਨਾਵਾਂ ਸੰਸਾਰ ਵਿੱਚ ਵਾਪਰਦੀਆਂ ਨੇ ਤੇ ਇਹੋ ਜਿਹੀਆਂ ਵਾਪਰੀਆਂ ਜਿਨ੍ਹਾਂ ਨੂੰ ਅਸੀਂ ਅਨਸੁਖਾਵੀਆਂ ਆਖਦੇ ਹਾਂ, ਜਾਂ ਜਿਹੜੀਆਂ ਸਾਡੀ ਸੋਚ ਮੁਤਾਬਕ ਉਹ ਲਾਹੇਵੰਦੀਆਂ ਨਹੀਂ ਹੁੰਦੀਆਂ, ਤੇ ਅਸੀਂ ਉਸ ਨੂੰ ਮਾੜੀਆਂ ਘਟਨਾਵਾਂ ਕਹਿ ਕੇ ਉਸ ਦੀ ਨਿੰਦਿਆ ਕਰਦੇ ਹਾਂ। ਮੈਂ ਵੀ ਕਰਦਾ ਹਾਂ, ਤੁਸੀਂ ਵੀ ਕਰਦੇ ਹੋਵੋਗੇ, ਕਿਉਂਕਿ ਅਸੀਂ ਤਾਂ ਕਰਦੇ ਹਾਂ, ਅਸੀਂ ਅਜੇ ਵਾਹਿਗੁਰੂ ਦੀ ਰਜ਼ਾ ਨੂੰ ਸਮਝ ਨਹੀਂ ਪਾਏ। ਜਿੱਦਣ ਕੋਈ ਵਿਅਕਤੀ ਵਾਹਿਗੁਰੂ ਜੀ ਦੀ ਰਜ਼ਾ ਨੂੰ ਸਮਝ ਪਾਉਂਦਾ ਹੈ, ਉਹ ਫਿਰ ਸ਼ਾਂਤ ਹੋ ਜਾਂਦਾ ਹੈ, ਉਹ ਬਿਲਕੁਲ ਚੁੱਪ ਕਰ ਜਾਂਦਾ ਹੈ, ਕਿਉਂਕਿ ਉਹ ਸਮਝ ਗਿਆ ਹੁੰਦਾ ਹੈ ਕਿ ਜੋ ਕੁਝ ਹੋ ਰਿਹਾ ਹੈ ਇਹ ਮਾਨਵ ਜਾਤੀ ਦੇ ਭਲੇ ਲਈ ਹੋ ਰਿਹਾ ਹੈ, ਜਾਂ ਵਾਹਿਗੁਰੂ ਜੀ ਨੇ ਇਸ ਪੂਰੇ ਬ੍ਰਹਿਮੰਡ ਦੇ ਅੰਦਰ ਕਿਸੇ ਨਾ ਕਿਸੇ ਤਰ੍ਹਾਂ ਨਾਲ ਇੱਕ ਕੋਈ ਬੈਲੈਂਸ ਬਣਾ ਕੇ ਰੱਖਣਾ ਹਰ ਚੀਜ਼ ਦਾ, ਕੇਵਲ ਮਨੁੱਖ ਜਾਤੀ ਦਾ ਹੀ ਨਹੀਂ, ਹਰ ਚੀਜ਼ ਦਾ ਕੋਈ ਨਾ ਕੋਈ ਉਹਨੇ ਬੈਲੈਂਸ ਬਣਾ ਕੇ ਰੱਖਣਾ ਹੁੰਦਾ ਹੈ। ਉਹਦੇ ਲਈ ਕੁਦਰਤ ਨੂੰ ਕੁਝ ਵੀ ਕਰਨਾ ਪਵੇ, ਕੁਦਰਤ ਦੇ ਸਾਹਮਣੇ ਉਹ ਕੋਈ ਵੱਡੀ ਗੱਲ ਨਹੀਂ ਹੁੰਦੀ। ਕੁਦਰਤ ਦੇ ਸਾਹਮਣੇ ਇਹ ਪੂਰੀ ਧਰਤੀ ਹੀ ਕੋਈ ਵੱਡੀ ਗੱਲ ਨਹੀਂ। ਆਪਾਂ ਵੇਖਦੇ ਹਾਂ, ਅੱਜ ਤੇ ਸਾਨੂੰ ਵਿਗਿਆਨੀ ਵਿਖਾ ਰਹੇ ਨੇ ਕਿ ਜਦੋਂ ਆਪਣੇ ਜ਼ੂਮ ਦੁਆਰਾ ਬਿਲਕੁਲ ਉੱਤੇ ਜਾਂਦੇ ਨੇ ਤੇ ਧਰਤੀ ਜਿਹੜੀ ਹੈ ਸਾਨੂੰ ਇੱਕ ਡਾਟ ਦੀ ਤਰ੍ਹਾਂ ਨਜ਼ਰ ਆਉਂਦੀ ਹੈ। ਇੱਕ ਇਹੋ ਜਿਹੀ ਅਵਸਥਾ ਵੀ ਉਹਦੇ ਦੁਆਰਾ ਬਣ ਜਾਂਦੀ ਜਿੱਥੇ ਧਰਤੀ ਗਾਇਬ ਹੋ ਜਾਂਦੀ, ਨਜ਼ਰ ਹੀ ਨਹੀਂ ਆਉਂਦੀ। ਸੋ ਏਡੀਆਂ ਵੱਡੀਆਂ ਬ੍ਰਹਿਮੰਡਾਂ ਦੇ ਅੰਦਰ ਜਿੱਥੇ ਕਰੋੜਾਂ ਅਰਬਾਂ ਬ੍ਰਹਿਮੰਡ ਬਣਾਏ ਨੇ ਮਾਲਕ ਨੇ, ਉੱਥੇ ਧਰਤੀ ਇੱਕ ਬਿੰਦੂ ਤੋਂ ਵੱਡੀ ਨਹੀਂ ਹੈ। ਤੇ ਜੇ ਇੰਨੇ ਵੱਡਿਆਂ ਬ੍ਰਹਿਮੰਡਾਂ ਦੇ ਅੰਦਰ ਇੱਕ ਬਿੰਦੂ ਨਹੀਂ ਵੀ ਹੋਏਗਾ ਤੇ ਕੁਦਰਤ ਨੂੰ ਕੀ ਫਰਕ ਪੈਣ ਲੱਗਾ ਹੈ? ਕੁਝ ਵੀ ਨਹੀਂ। ਸੋ ਜਦੋਂ ਅਸੀਂ ਇਸ ਤਰ੍ਹਾਂ ਸਮਝ ਲਵਾਂਗੇ ਤੇ ਫਿਰ ਸਮਝ ਵਿੱਚ ਆ ਜਾਏਗੀ ਗੱਲ ਕਿ ਸਭ ਕੁਝ ਵਾਹਿਗੁਰੂ ਦੀ ਰਜ਼ਾ ਵਿੱਚ ਹੀ ਹੋ ਰਿਹਾ ਹੈ। ਉਸ ਦੀ ਰਜ਼ਾ ਤੋਂ ਬਾਹਰ ਕੁਝ ਵੀ ਨਹੀਂ ਹੁੰਦਾ। ਤੁਝ ਤੇ ਬਾਹਰ ਕਿਛੂ ਨਾ ਹੋਏ, ਤੂੰ ਕਰ ਕਰ ਦੇਖਹਿ ਜਾਣੈ ਸੋਏ। ਹੇ ਵਾਹਿਗੁਰੂ, ਤੂੰ ਆਪ ਹੀ ਆਪਣੇ ਕੀਤੇ ਹੋਏ ਨੂੰ ਵੇਖਦਾ ਹੈ ਤੇ ਸਮਝਦਾ ਜਾਂ ਜਾਣਦਾ ਹੈ ਕਿ ਤੂੰ ਕੀ ਕਰ ਰਿਹਾ ਹੈ। ਸਾਡੀ ਸਮਝ ਤੋਂ ਇਹ ਸਾਰੀਆਂ ਗੱਲਾਂ ਪਰੇ ਦੀਆਂ ਹੁੰਦੀਆਂ ਨੇ। ਕਿਆ ਕਹੀਐ ਕਿਛ ਕਹੀ ਨਾ ਜਾਏ, ਜੋ ਕਿਛ ਹੈ ਸਭ ਤੇਰੀ ਰਜ਼ਾਏ। ਕੀ ਆਖੀਏ, ਕੁਝ ਆਖਿਆ ਨਹੀਂ ਜਾ ਸਕਦਾ ਕਿ ਕੀ ਮੰਦਾ ਹੋ ਰਿਹਾ ਤੇ ਕੀ ਚੰਗਾ ਹੋ ਰਿਹਾ, ਕਿਉਂਕਿ ਸਾਡੀ ਸਮਝ ਵਿੱਚ ਨਹੀਂ ਆ ਰਹੀਆਂ ਚੀਜ਼ਾਂ। ਸਾਡੀ ਸਮਝ ਬਹੁਤ ਛੋਟੀ ਹੈ ਜੀ, ਨਿਰਾਕਾਰ ਬਹੁਤ ਵੱਡਾ ਹੈ। ਅਸੀਂ ਜਦੋਂ ਆਪਣੀ ਸਮਝ ਵਿੱਚ ਪਰਮੇਸ਼ਵਰ ਨੂੰ ਲਿਆਉਣ ਦੀ ਗੱਲ ਕਰਦੇ ਹਾਂ ਤੇ ਕੁਝ ਇਸ ਤਰ੍ਹਾਂ ਦਾ ਉਹਦਾ ਜਿਹੜਾ ਨਮੂਨਾ ਬਣ ਜਾਂਦਾ ਹੈ ਕਿ ਜਿਵੇਂ ਕੋਈ ਬੰਦਾ ਕੋਸ਼ਿਸ਼ ਕਰ ਰਿਹਾ ਹੋਵੇ ਕਿ ਉਹ ਸੂਰਜ ਨੂੰ ਆਪਣੇ ਵਿਹੜੇ ਵਿੱਚ ਉਤਾਰਨਾ ਚਾਹੁੰਦਾ ਹੋਵੇ। ਇਸ ਤਰ੍ਹਾਂ ਕਦੀ ਨਹੀਂ ਹੋ ਸਕਣਾ ਕਿ ਪੂਰਾ ਸੂਰਜ ਕਿਸੇ ਦੇ ਘਰ ਵਿੱਚ, ਕਿਸੇ ਦੇ ਵਿਹੜੇ ਵਿੱਚ, ਕਿਸੇ ਦੀ ਚਾਰ ਦੀਵਾਰੀ ਵਿੱਚ ਸਮਾ ਸਕੇ। ਇਹ ਤੇ ਇੱਕ ਸੂਰਜ ਦੀ ਗੱਲ ਏ। ਪਰਮੇਸ਼ਵਰ ਇੱਥੋਂ ਤੱਕ ਫੈਲਿਆ ਹੋਇਆ ਹੈ ਕਿ ਉਹਦੇ 'ਚ ਅਰਬਾਂ ਖਰਬਾਂ ਇਹੋ ਜਿਹੇ ਸੂਰਜ ਨੇ, ਤੇ ਅਸੀਂ ਉਸ ਨੂੰ ਸਮਝਣ ਦੀ ਕੋਸ਼ਿਸ਼ ਕਰੀਏ ਤੇ ਫਿਰ ਪਾਗਲਪਾਨੀ ਹੈ। ਸਮਝਣਾ ਨਹੀਂ, ਅੰਤ ਨਹੀਂ ਲੱਭਣ ਦੀ ਲੋੜ, ਸਿਰਫ ਉਹਦੇ ਵਿੱਚ ਲੀਨ ਹੋਣ ਦੀ ਜ਼ਰੂਰਤ ਹੈ, ਉਹਦੇ ਵਿੱਚ ਸਮਾ ਜਾਣ ਦੀ ਲੋੜ ਹੈ। ਬੂੰਦ ਦੀ ਤਰ੍ਹਾਂ ਸਾਗਰ ਵਿੱਚ ਡਿੱਗ ਕੇ ਆਪਣਾ ਆਪਾ ਖਤਮ ਕਰਨਾ ਹੈ ਤੇ ਸਾਗਰ ਹੋਣਾ ਹੈ। ਵੈਸੇ ਅਸੀਂ ਸਮਝਦੇ ਹਾਂ ਬੂੰਦ ਡਿੱਗੀ ਹੈ ਸਾਗਰ ਵਿੱਚ ਤੇ ਉਹ ਖਤਮ ਹੋ ਗਈ ਹੈ। ਇਹਦਾ ਦੂਜਾ ਪਾਸਾ ਵੇਖੀਏ, ਉਹ ਖਤਮ ਨਹੀਂ ਹੋਈ, ਸਗੋਂ ਉਹ ਸਾਗਰ ਬਣ ਗਈ ਹੈ। ਪਹਿਲਾਂ ਉਹ ਛੋਟੀ ਜਿਹੀ ਇੱਕ ਬੂੰਦ ਸੀ, ਨੰਨੀ ਜਿਹੀ, ਤੇ ਹੁਣ ਵਿਸ਼ਾਲ ਸਾਗਰ ਦਾ ਇੱਕ ਹਿੱਸਾ ਬਣ ਗਈ ਹੈ ਤੇ ਸਾਗਰ ਬਣ ਗਈ ਹੈ। ਉਹਨੂੰ ਕੀ ਲੋੜ ਹੈ ਕਿ ਸਾਗਰ ਨੂੰ ਸਮਝਦੀ ਫਿਰੇ? ਹੁਣ ਸਮਝਣ ਦੀ ਲੋੜ ਨਹੀਂ ਰਹਿ ਗਈ, ਉਹ ਤੇ ਸ਼ਾਂਤ ਹੋ ਗਈ ਉਹਦੇ ਵਿੱਚ ਮਿਲ ਕੇ। ਇਸੇ ਤਰ੍ਹਾਂ ਸਾਨੂੰ ਵੀ ਜ਼ਰੂਰਤ ਨਹੀਂ ਉਸ ਨੂੰ ਸਮਝੀਏ, ਉਹਦਾ ਅੰਤ ਲੱਭੀਏ, ਉਹ ਕਿੱਥੋਂ ਤੱਕ ਫੈਲਿਆ ਹੋਇਆ ਹੈ।
ਇੱਕੋ ਹੀ ਜ਼ਰੂਰਤ ਹੈ ਕਿ ਉਹਦੇ ਵਿੱਚ ਅਸੀਂ ਆਪਣਾ ਆਪਾ ਸਮੋਹ ਦਈਏ, ਤੇ ਜਿਸ ਵੀ ਕਿਸੇ ਨੇ ਕਾਰਜ ਕੀਤਾ ਆਪਣਾ ਆਪਾ ਉਹਦੇ ਵਿੱਚ ਸਮੋਹ ਦੇਣ ਵਾਲਾ, ਉਹ ਫਿਰ ਓਨਾ ਹੀ ਵਿਸ਼ਾਲ ਹੋ ਗਿਆ ਜਿੰਨਾ ਵਿਸ਼ਾਲ ਉਹ ਪਰਮੇਸ਼ਵਰ ਆਪ ਹੈ। ਕਿਆ ਕਹੀਏ, ਫਿਰ ਉੱਥੇ ਜਾ ਕੇ ਉਹ ਚੁੱਪ ਕਰ ਜਾਂਦੇ ਨੇ ਮਹਾਂਪੁਰਸ਼ ਕਿ ਹੁਣ ਆਖਣਾ ਬਾਕੀ ਕੀ ਬਚਿਆ। ਜੇ ਆਖਾਂਗੇ ਵੀ ਇਹਨਾਂ ਲੋਕਾਂ ਨੇ ਕਿਹੜਾ ਸਮਝ ਲੈਣਾ, ਕਿਉਂਕਿ ਸਮਝ ਹੀ ਇੰਨੀ ਛੋਟੀ ਏ, ਉਹਦੇ ਵਿੱਚ ਇਹ ਗੱਲ ਆ ਹੀ ਨਹੀਂ ਸਕਦੀ। ਇਸ ਲਈ ਕਿਆ ਕਹੀਏ, ਕਿਛ ਕਹੀ ਨਾ ਜਾਏ। ਕੁਝ ਆਖਿਆ ਹੀ ਨਹੀਂ ਜਾ ਸਕਦਾ, ਕੁਝ ਦੱਸਿਆ ਹੀ ਨਹੀਂ ਜਾ ਸਕਦਾ, ਕੁਝ ਬਿਆਨ ਹੀ ਨਹੀਂ ਕੀਤਾ ਜਾ ਸਕਦਾ। ਫਿਰ ਵੈਸੇ ਤਾਂ ਆਪਾਂ ਸਵਾਲ ਖੜਾ ਕਰ ਹੀ ਲਵਾਂਗੇ, ਫਿਰ ਜੇ ਆਖਿਆ ਹੀ ਨਹੀਂ ਜਾ ਸਕਦਾ ਤੇ ਏਡੇ ਏਡੇ ਧਰਮ ਗ੍ਰੰਥ ਕਿਉਂ ਲਿਖ ਦਿੱਤੇ ਗਏ? ਗੁਰੂ ਗ੍ਰੰਥ ਸਾਹਿਬ ਇੰਨਾ ਵੱਡਾ ਆਕਾਰ ਕਿਉਂ ਬਣਾ ਦਿੱਤਾ ਗਿਆ? ਅਸਲ ਵਿੱਚ ਇਹ ਸਾਰਾ ਸਾਨੂੰ ਸਮਝਾਉਣ ਲਈ ਬਣਾਇਆ ਗਿਆ ਕਿ ਤੁਸੀਂ ਉਹਦੇ ਵਿੱਚ ਲੀਨ ਹੋਣਾ ਹੈ। ਤੁਹਾਡੀ ਜ਼ਿੰਦਗੀ ਦਾ ਇਹ ਇੱਕ ਮਨੋਰਥ ਹੈ। ਉਹਦੇ ਕਰਕੇ ਸਾਰੇ ਧਰਮ ਗ੍ਰੰਥ ਲਿਖੇ ਗਏ ਨੇ, ਨਾ ਕਿ ਧਰਮ ਗ੍ਰੰਥਾਂ ਦਾ ਜਿਹੜਾ ਇਰਾਦਾ ਹੈ ਉਹ ਉਹਦਾ ਅੰਤ ਪਾਉਣ ਦਾ ਹੈ। ਇਸ ਤਰ੍ਹਾਂ ਨਹੀਂ ਹੈ, ਉਹਦਾ ਅੰਤ ਨਹੀਂ ਪਾਉਣਾ, ਉਹਦੇ ਵਿੱਚ ਲੀਨ ਹੋਣਾ ਹੈ। ਕਿਆ ਕਹੀਏ ਕਿਛ ਕਹੀ ਨਾ ਜਾਏ, ਜੋ ਕਿਛ ਹੈ ਸਭ ਤੇਰੀ ਰਜ਼ਾਏ। ਹੁਣ ਸਾਨੂੰ ਤੇ ਕੰਡਾ ਵੱਜ ਜੇ ਤੇ ਅਸੀਂ ਕਹਿੰਦੇ ਆ ਇਹ ਚੰਗੀ ਰੱਬ ਦੀ ਰਜ਼ਾ, ਇਹ ਕਿਹੋ ਜੀ ਰਜ਼ਾ ਹੈ? ਪਰ ਜਰਾ ਗੁਰੂ ਅਰਜਨ ਦੇਵ ਮਹਾਰਾਜ ਜੀ ਵੱਲ ਵੇਖੋ, ਉਹ ਤੱਤੀ ਤਵੀ ਤੇ ਬੈਠੇ ਨੇ, ਥੱਲੇ ਅੱਗ ਬਲ ਰਹੀ ਏ, ਦੇਗ ਵਿੱਚ ਪਾਣੀ ਉਬਲ ਰਿਹਾ, ਉਹਦੇ ਵਿੱਚ ਚੌਂਕੜਾ ਲਗਾ ਕੇ ਬੈਠੇ ਹੋਏ ਨੇ, ਤੇ ਉਸ ਵਕਤ ਕਹਿ ਰਹੇ ਨੇ ਤੇਰਾ ਕੀਆ ਮੀਠਾ ਲੱਗਾ। ਇਹ ਹੈ ਜਿਨ੍ਹਾਂ ਨੇ ਸਮਝਿਆ ਉਹਦੇ ਹੁਕਮ ਨੂੰ, ਜਿਨ੍ਹਾਂ ਨੇ ਸਮਝਿਆ ਉਹਦੀ ਰਜ਼ਾ ਨੂੰ, ਉਹ ਫਿਰ ਚੁੱਪ ਕਰ ਜਾਂਦੇ ਨੇ। ਤੇ ਕਾਰਨ ਕਰਤੇ ਵਸ ਹੈ ਜਿਨ ਕਲ ਰੱਖੀ ਧਾਰ। ਉਸ ਦਾ ਕਾਰਨ ਕੀ ਏ ਇਹ ਉਹ ਪਰਮੇਸ਼ਵਰ ਜਾਣਦਾ ਹੈ, ਤੇ ਉਸ ਦੇ ਕਾਰਨ ਦੁਆਰਾ ਕਾਰਜ ਨੂੰ ਹੁੰਦੇ ਵਿੱਚ ਉਹ ਬਾਧਾ ਖੜੀ ਨਹੀਂ ਕਰਦੇ ਹੁੰਦੇ ਜਿਹੜੇ ਮਹਾਂਪੁਰਸ਼ ਹੁੰਦੇ ਨੇ, ਕਿਉਂਕਿ ਉਹਨਾਂ ਨੂੰ ਸਮਝ ਆ ਗਈ ਹੁੰਦੀ ਏ ਕਿ ਮੇਰੇ ਰਾਹੀਂ ਪਰਮਾਤਮਾ ਕੁਝ ਅਜਿਹਾ ਕਰਮ ਕਰਨਾ ਜਾਂ ਕਰਵਾ ਕੇ ਸੰਸਾਰ ਦੇ ਵਿੱਚ ਇੱਕ ਉਦਾਹਰਨ ਨੀਅਤ ਕਰਨਾ ਚਾਹੁੰਦਾ। ਉਹ ਕਰਨ ਦਿੰਦੇ ਨੇ, ਉਹ ਉਜ਼ਰ ਨਹੀਂ ਕਰਦੇ। ਅਗਲਾ ਬਚਨ ਹੈ ਜੀ ਗੁਰੂ ਮਹਾਰਾਜ ਦੀ ਪਵਿੱਤਰ ਬਾਣੀ ਵਿੱਚ, ਰਾਗ ਬਸੰਤ। ਬਸੰਤ ਆਪਾਂ ਪਿੱਛੇ ਜੇ ਸਮਝਿਆ ਸੀ, ਜਦੋਂ ਬਸੰਤ ਰੁੱਤ ਸਮਝੀ ਸੀ ਕਿ ਜਿਹੜੀ ਬਸੰਤ ਰੁੱਤ ਏ ਉਹ ਚੇਤ ਤੋਂ ਸ਼ੁਰੂ ਹੁੰਦੀ ਏ, ਲੇਕਿਨ ਗੁਰਦੁਆਰਿਆਂ ਦੇ ਅੰਦਰ ਚੇਤ ਵਾਲੇ ਦਿਨ ਉਹ ਪੂਰੀ ਹੋ ਜਾਂਦੀ ਏ। ਗੁਰਬਾਣੀ ਕਹਿੰਦੀ ਏ ਚੇਤ ਤੇ ਵੈਸਾਖ 2 ਮਹੀਨੇ ਬਸੰਤ ਰੁੱਤ ਦੇ ਹੁੰਦੇ ਨੇ। ਬਸੰਤ ਜਿਹੜਾ ਰਾਗ ਇਹਦਾ ਗਾਉਣ ਦਾ ਵੇਲਾ ਬਸੰਤ ਰੁੱਤ ਹੀ ਹੈ, ਤੇ ਉਸ ਬਸੰਤ ਦੀ ਰੁੱਤ ਵਿੱਚ ਕਿਸੇ ਵੇਲੇ ਵੀ ਗਾਇਆ ਜਾ ਸਕਦਾ। ਸਵੇਰ ਹੋਵੇ, ਸ਼ਾਮ ਹੋਵੇ, ਰਾਤ ਹੋਵੇ, ਦਿਨ ਹੋਵੇ, ਕਿਸੇ ਵਕਤ ਵੀ ਇਸ ਨੂੰ ਗਾਇਆ ਜਾ ਸਕਦਾ ਹੈ। ਤੇ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਇਹਦਾ 5ਵਾਂ ਨੰਬਰ ਏ। ਇਹ ਬਸੰਤ ਰਾਗ 1168 ਪੰਨਾ ਨੰਬਰ ਤੋਂ ਸ਼ੁਰੂ ਹੁੰਦਾ ਹੈ। ਪਹਿਲਾ ਸ਼ਬਦ ਹੈ ਜੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ। ਜੇ ਸ਼ਬਦ ਨੂੰ ਤੁਸੀਂ ਸਾਰੇ ਨੂੰ ਪੜ੍ਹਨਾ ਤੇ ਉਹਦੇ ਵਿੱਚ ਨਾ ਜਿਹੜਾ ਰਹਾਉ ਵਾਲਾ ਬੰਦ ਏ, ਉਹਦੇ ਵਿੱਚ ਗੁਰੂ ਮਹਾਰਾਜ ਨੇ ਦੱਸਿਆ ਕਿ ਤੁਸੀਂ ਹਉਮੈ ਦਾ ਤਿਆਗ ਕਰਨਾ ਹੈ, ਹਉਮੈ ਨੂੰ ਗਵਾ ਦੇਣਾ, ਸ਼ੁਭ ਗੁਣਾਂ ਨੂੰ ਧਾਰਨਾ। ਤੇ ਸ਼ੁਭ ਗੁਣ ਹਉਮੈ ਦੇ ਵਿਪਰੀਤ ਕੀ ਹੁੰਦਾ? ਨਿਮਰਤਾ। ਜਦੋਂ ਆਪਾਂ ਹਉਮੈ ਨੂੰ ਛੱਡਦੇ ਹਾਂ ਤੇ ਉਹਦੀ ਜਗ੍ਹਾ ਤੇ ਕਿਸੇ ਨਾ ਕਿਸੇ ਚੀਜ਼ ਨੇ ਆਪਣੇ ਆਪ ਆਉਣਾ ਹੁੰਦਾ। ਹਉਮੈ ਨੂੰ ਛੱਡੋਗੇ, ਨਿਮਰਤਾ ਆਏਗੀ। ਜਾਂ ਤੁਸੀਂ ਇਸ ਤਰ੍ਹਾਂ ਵੀ ਕਰ ਸਕਦੇ ਹੋ, ਹਉਮੈ ਨੂੰ ਛੱਡਣ ਦੀ ਲੋੜ ਨਹੀਂ, ਤੁਸੀਂ ਨਿਮਰਤਾ ਨੂੰ ਧਾਰਨ ਕਰਨ ਦੀ ਕੋਸ਼ਿਸ਼ ਕਰੋ, ਹਉਮੈ ਆਪਣੇ ਆਪ ਚਲੀ ਜਾਏਗੀ। ਜਦੋਂ ਹਉਮੈ ਜਾਏਗੀ, ਨਿਮਰਤਾ ਆਏਗੀ, ਤੇ ਹੋਣਾ ਕੀ ਏ? ਕਰਮ ਪੇੜ ਸ਼ਾਖਾ ਹਰੀ, ਧਰਮ ਫੁੱਲ
ਫਲ ਗਿਆਨ। ਉਹ ਜਿਹੜੇ ਅਸੀਂ ਕਰਮ ਕਰਾਂਗੇ ਸ਼ੁਭ ਗੁਣਾਂ ਨੂੰ ਧਾਰਨ ਕਰਨ ਵਾਲੇ ਤੇ ਔਗਣਾਂ ਦਾ ਤਿਆਗ ਕਰਨ ਵਾਲੇ, ਉਹਨਾਂ ਕਰਮਾਂ ਦੇ ਦੁਆਰਾ ਸਾਡੇ ਅੰਦਰ ਇੱਕ ਦਰਖਤ ਪੈਦਾ ਹੋਏਗਾ। ਇੱਕ ਉਦਾਹਰਨ ਜਾਂ ਨੂੰ ਦ੍ਰਿਸ਼ਟਾਂਤ ਕਹਿ ਸਕਦੇ ਹਾਂ। ਇਸ ਤਰ੍ਹਾਂ ਨਾ ਸੋਚਣਾ ਕਿ ਸਾਡੇ ਅੰਦਰ ਕੋਈ ਰੁੱਖ ਪੈਦਾ ਹੋ ਜਾਣਾ। ਇੱਕ ਦ੍ਰਿਸ਼ਟਾਂਤ ਹੈ ਕਿ ਉਹਨਾਂ ਕਰਮਾਂ ਦਾ ਇੱਕ ਦਰਖਤ ਪੈਦਾ ਹੋਏਗਾ ਤੇ ਕਰਮ ਅਸੀਂ ਸ਼ੁਭ ਕਰਨੇ ਨੇ, ਜਿਹਦੇ ਵਿੱਚ ਸੇਵਾ ਹੈ, ਪਰਉਪਕਾਰ ਹਨ। ਇਹ ਜਦੋਂ ਆਪਾਂ ਕਰਮ ਕਰਾਂਗੇ ਇੱਕ ਦਰਖਤ ਪੈਦਾ ਹੋਏਗਾ ਤੇ ਵਾਹਿਗੁਰੂ ਜੀ ਦੇ ਸਿਮਰਨ ਦੀਆਂ ਉਸ ਨੂੰ ਸ਼ਾਖਾਵਾਂ ਨਿਕਲਣਗੀਆਂ। ਸ਼ਾਖਾ ਹਰੀ, ਪਰਮੇਸ਼ਵਰ ਦੇ ਨਾਮ ਸਿਮਰਨ ਦੀਆਂ ਉਸ ਦਰਖਤ ਨੂੰ ਸ਼ਾਖਾਵਾਂ ਨਿਕਲਣਗੀਆਂ। ਫਿਰ ਸਾਡਾ ਧਾਰਮਿਕ ਜੀਵਨ ਬਣੇਗਾ, ਧਰਮ ਫੁੱਲ। ਉਸ ਦਰਖਤ ਨੂੰ ਜਿਹੜਾ ਫੁੱਲ ਲੱਗਣਾ ਹੈ ਉਹ ਸਾਡਾ ਧਾਰਮਿਕ ਜੀਵਨ ਹੋਣਾ ਹੈ। ਅਸੀਂ ਵੈਸੇ ਜਦੋਂ ਧਾਰਮਿਕ ਜੀਵਨ ਦੀ ਗੱਲ ਕਰਦੇ ਹਾਂ ਤੇ ਅਸੀਂ ਇਹਨੂੰ ਬੜਾ ਹੋਰ ਤਰ੍ਹਾਂ ਨਾਲ ਸੋਚਦੇ ਹਾਂ ਕਿ ਮੈਂ ਕਿਸੇ ਅਖੌਤੀ ਧਰਮ ਨੂੰ ਅਖਤਿਆਰ ਕਰਨਾ ਹੈ। ਮੈਂ ਸਿੱਖ ਬਣਨਾ, ਮੈਂ ਹਿੰਦੂ ਬਣਨਾ, ਮੈਂ ਮੁਸਲਿਮ ਬਣਨਾ, ਮੈਂ ਈਸਾਈ ਬਣਨਾ ਜਾਂ ਜੈਨੀ ਬੋਧੀ ਬਣਨਾ, ਕੁਝ ਹੋਰ ਬਣਨਾ ਹੈ। ਸਾਡੇ ਧਿਆਨ ਵਿੱਚ ਇਹੋ ਜਿਹੀਆਂ ਗੱਲਾਂ ਆਉਂਦੀਆਂ ਨੇ ਜਦੋਂ ਸਾਨੂੰ ਕੋਈ ਵੀ ਕਹਿੰਦਾ ਹੈ ਕਿ ਤੂੰ ਧਰਮ ਨੂੰ ਧਾਰਨ ਕਰ, ਤੇ ਸਵਾਲ ਪੈਦਾ ਹੁੰਦਾ ਕਿਹੜੇ ਧਰਮ ਨੂੰ ਧਾਰਨ ਕਰੀਏ। ਇਹੋ ਜਿਹਾ ਕੋਈ ਵੀ ਧਰਮ ਨਹੀਂ ਜਿਸ ਨੂੰ ਇਸ ਤਰ੍ਹਾਂ ਵੰਡ ਕੇ ਮਨੁੱਖਤਾ ਵਿੱਚ ਧਾਰਨ ਕੀਤਾ ਜਾ ਸਕੇ। ਧਰਮ ਸਮੁੱਚੀ ਮਾਨਵਤਾ ਦਾ ਇੱਕ ਹੈ ਤੇ ਉਹ ਇਹ ਚੰਗੇ ਗੁਣਾਂ ਦੁਆਰਾ ਜ਼ਿੰਦਗੀ ਨੂੰ ਬਸਰ ਕਰਨਾ, ਜ਼ਿੰਦਗੀ ਨੂੰ ਜਿਉਣਾ। ਜੇ ਸ਼ੁਭ ਗੁਣ ਆ ਜਾਣ ਤੇ ਇਹ ਕਹੇ ਜਾਂਦੇ ਧਰਮਾਂ ਨੂੰ ਧਾਰਨ ਕਰਨ ਦੀ ਕੋਈ ਵੀ ਜ਼ਰੂਰਤ ਨਹੀਂ, ਤੇ ਜੇ ਸ਼ੁਭ ਗੁਣ ਨਹੀਂ ਆਏ ਤੇ ਫਿਰ ਇੱਕ ਧਰਮ ਛੱਡ ਤੁਸੀਂ 10 ਧਰਮ ਧਾਰਨ ਕਰੇ, ਫਿਰ ਉਹਨਾਂ ਦਾ ਕੋਈ ਵੀ ਤੁੱਕ ਨਹੀਂ ਬਣਦੀ। ਧਰਮ ਰੂਪੀ ਫੁੱਲ ਲੱਗਣਾ ਹੈ, ਧਾਰਮਿਕ ਜੀਵਨ ਬਣਨਾ ਹੈ। ਉਸ ਜੀਵਨ ਵਿੱਚ ਅਸੀਂ ਆਪਣੀਆਂ ਜ਼ਿੰਮੇਵਾਰੀਆਂ ਨੂੰ ਸਮਝਣਾ ਹੈ, ਆਪਣੇ ਫਰਜ਼ਾਂ ਦੀ ਪੂਰਤੀ ਕਰਨੀ ਹੈ, ਨੇਕ ਇਨਸਾਨ ਬਣਨਾ ਹੈ। ਇਹ ਫਿਰ ਫੁੱਲ ਲੱਗੇਗਾ ਉਸ ਰੁੱਖ ਨੂੰ ਜਿਹੜਾ ਕਰਮਾਂ ਦੇ ਦੁਆਰਾ ਸਾਡੇ ਅੰਦਰ ਪੈਦਾ ਹੋਏਗਾ, ਜਿਸ ਨੂੰ ਵਾਹਿਗੁਰੂ ਜੀ ਦੇ ਨਾਮ ਸਿਮਰਨ ਦੀਆਂ ਸ਼ਾਖਾਵਾਂ ਨਿਕਲਣਗੀਆਂ। ਉਹਨਾਂ ਸ਼ਾਖਾਵਾਂ ਉੱਤੇ ਫਿਰ ਧਰਮ ਰੂਪੀ ਫੁੱਲ ਪੈਦਾ ਹੋਏਗਾ ਤੇ ਫਿਰ ਉਹਨੂੰ ਜਿਹੜਾ ਫਲ ਲੱਗਣਾ ਉਹ ਹੈ ਗਿਆਨ। ਗਿਆਨ ਸਾਡਾ ਆਪਣਾ ਨਹੀਂ, ਗਿਆਨ ਪਰਮੇਸ਼ਵਰ ਦਾ, ਪਰਮੇਸ਼ਵਰ ਵੱਲੋਂ ਦਿੱਤਾ ਹੋਇਆ, ਬਖਸ਼ਿਆ ਹੋਇਆ ਗਿਆਨ। ਉਹ ਗਿਆਨ ਸਾਨੂੰ ਸਾਡੇ ਮਹਾਂਪੁਰਸ਼ ਦੱਸਦੇ ਨੇ। ਉਦੋਂ ਉਹ ਗਿਆਨ ਪ੍ਰਾਪਤ ਹੁੰਦਾ ਹੈ ਜਦੋਂ ਕਿਸੇ ਮਹਾਂਪੁਰਸ਼ ਦੀ ਸੁਰਤ ਉਸ ਵਾਹਿਗੁਰੂ ਜੀ ਦੇ ਵਿੱਚ ਅਭੇਦ ਹੋ ਜਾਂਦੀ ਏ। ਉਦੋਂ ਉਸ ਨੂੰ ਰੱਬੀ ਗਿਆਨ ਹੁੰਦਾ ਹੈ ਤੇ ਉਸ ਰੱਬੀ ਗਿਆਨ ਨੂੰ ਫਿਰ ਚਾਹੇ ਉਹ ਬੋਲ ਕੇ ਸਾਨੂੰ ਸੁਣਾਵੇ ਤੇ ਚਾਹੇ ਸਾਨੂੰ ਉਹ ਲਿਖ ਕੇ ਦੇ ਦੇਵੇ, ਇਹ ਉਸ ਮਹਾਂਪੁਰਸ਼ ਦੀ ਆਪਣੀ ਸੋਚ ਜਾਂ ਆਪਣੀ ਮਰਜ਼ੀ ਹੁੰਦੀ ਏ। ਸੋ ਰੱਬੀ ਗਿਆਨ ਰੂਪੀ ਫਲ ਲੱਗਣਾ ਹੈ ਉਸ ਨੂੰ ਜਦੋਂ ਆਪਾਂ ਚੰਗੇ ਕਰਮ ਕਰਾਂਗੇ, ਵਾਹਿਗੁਰੂ ਜੀ ਦੇ ਨਾਮ ਦਾ ਸਿਮਰਨ ਕਰਾਂਗੇ ਤੇ ਧਾਰਮਿਕ ਜੀਵਨ ਜੀਵਾਂਗੇ। ਫਿਰ ਉਸ ਨੂੰ ਜਿਹੜਾ ਫਲ ਲੱਗੇਗਾ ਉਸ ਦਰਖਤ ਨੂੰ, ਉਹ ਹੋਏਗਾ ਗਿਆਨ। ਸੋ ਅੱਜ ਦੀ ਵਿਚਾਰ ਜੀ ਆਪਾਂ ਇੱਥੇ ਸਮਾਪਤ ਕਰਦੇ ਹਾਂ ਤੇ ਆਉਣ ਵਾਲੇ ਐਤਵਾਰ ਨੂੰ ਆਪਾਂ ਵਿਸਾਖੀ ਵੈਸੇ ਮਨਾਉਣੀ ਹੈ, ਪਰ ਇਹ ਸ਼ਬਦ ਆਪਾਂ ਇੱਥੋਂ ਅੱਗੇ ਜਾਰੀ ਰੱਖਾਂਗੇ ਤਾਂ ਜੋ ਅਸੀਂ ਜਿਹੜੀ ਸਾਡੀ ਵਿਚਾਰ ਚੱਲ ਰਹੀ ਹੈ ਗੁਰਬਾਣੀ ਦੇ ਸਿਰਲੇਖਾਂ ਉੱਤੇ, ਉਸ ਨੂੰ ਲਗਾਤਾਰ ਜਾਰੀ ਰੱਖ ਸਕੀਏ। ਸੋ ਅੱਜ ਜੀ ਆਪਾਂ ਇੱਥੇ ਸਮਾਪਤੀ ਕਰਦੇ ਹਾਂ। ਆਪ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ। ਤੁਸੀਂ ਬੜੇ ਪਿਆਰ ਨਾਲ ਬੈਠ ਕੇ ਗੁਰਬਾਣੀ ਵਿਚਾਰ ਨੂੰ ਸ਼ਰਵਣ ਕੀਤਾ ਹੈ। ਮੇਰੇ ਪਾਸੋਂ ਜੋ ਭੁੱਲਾਂ ਹੋਈਆਂ ਵਿਚਾਰ ਕਰਦਿਆਂ ਉਹਨਾਂ ਦੀ ਤੁਸੀਂ ਜ਼ਰੂਰ ਖਿਮਾ ਬਖਸ਼ਿਸ਼ ਕਰਨਾ। ਪਿਆਰ ਨਾਲ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।